ਤੁਹਾਨੂੰ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਜੈ ਮਸੀਹ ਦੀ। ਮੇਰਾ ਨਾਮ ਤਰਸੇਮ ਇਕਬਾਲ, ਮੈਂ ਇੰਟਰਨੈਸ਼ਨਲ ਕ੍ਰਿਸਚੀਅਨ ਫੈਲੋਸ਼ਿਪ ਨਾਰਵੇ ਦੇ ਵਿੱਚ ਪਾਸਟਰ ਹਾਂ। ਮੈਂ ਪ੍ਰਭੂ ਜੀ ਦਾ ਇਸ ਮੌਕੇ ਦੇ ਲਈ ਧੰਨਵਾਦ ਕਰਦਾ। ਉਹਨਾਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਇਹ ਮੌਕਾ ਦਿੱਤਾ ਕਿ ਮੈਂ ਤੁਹਾਡੇ ਸਾਰਿਆਂ ਦੇ ਨਾਲ ਉਹਨਾਂ ਦਾ ਪਵਿੱਤਰ ਵਚਨ ਸਾਂਝਾ ਕਰ ਸਕਾਂ। ਸਾਨੂੰ ਜਿਹੜੇ 10 ਹੁਕਮ ਨੇ ਉਹ ਸਿਖਾਉਂਦੇ ਨੇ ਕਿ ਅਸੀਂ ਜਿਹੜਾ ਪ੍ਰਮਾਤਮਾ ਦਾ ਬੇਫਾਇਦਾ ਨਾਂ ਨਹੀਂ ਲੈਣਾ, ਉਹਨਾਂ ਦੇ ਨਾਮ ਦੀ ਅਸੀਂ ਇੱਜ਼ਤ ਕਰਨੀ ਆ ਅਤੇ ਉਹਨਾਂ ਦੇ ਨਾਮ ਦੇ ਵਿੱਚ ਅਸੀਂ ਖੜੇ ਰਹਿਣਾ। ਦੂਸਰਾ ਹੁਕਮ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਸੱਚੇ ਜਿਉਂਦੇ ਪਰਮੇਸ਼ਵਰ ਦੀ ਪ੍ਰਾਰਥਨਾ ਕਰਦੇ ਹਾਂ ਅਤੇ ਸਾਡਾ ਸਿਰ ਜਿਹੜਾ ਸਿਰਫ ਉਹਨਾਂ ਹੀ ਦੇ ਲਈ ਝੁਕਣਾ ਚਾਹੀਦਾ। ਕਿਸੇ ਵੀ ਬੁੱਤ ਪ੍ਰਸਤੀ ਦੇ ਲਈ, ਮੂਰਤੀ ਪੂਜਾ ਦੇ ਲਈ ਸਾਡਾ ਸਿਰ ਜਿਹੜਾ ਝੁਕਣਾ ਨਹੀਂ ਚਾਹੀਦਾ, ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਨੇ ਸਾਨੂੰ ਆਪਣਾ ਪਵਿੱਤਰ ਖੂਨ ਦੇ ਕੇ ਖਰੀਦ ਲਿਆ ਹੈ। ਅਸੀਂ ਜਦੋਂ ਨਵਾਂ ਜੀਵਨ ਪਾ ਲਿਆ ਹੈ, ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਨਵੀਂ ਸ੍ਰਿਸ਼ਟੀ ਹਾਂ। ਸਾਡੀਆਂ ਪੁਰਾਣੀਆਂ ਜਿਹੜੀਆਂ ਖਾਹਿਸ਼ਾਂ ਸਨ ਉਹਨਾਂ ਤੋਂ ਅਸੀਂ ਮੁੱਖ ਮੋੜ ਲਿਆ ਅਤੇ ਹੁਣ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਅਸੀਂ ਵਚਨਾਂ ਦੇ ਆਧਾਰ ਤੇ ਚੱਲਾਂਗੇ ਅਤੇ ਜੋ ਵਚਨ ਸਾਨੂੰ ਸਿੱਖਿਆ ਦਿੰਦੇ ਨੇ ਉਹਨਾਂ ਦੇ ਉੱਤੇ ਚੱਲਾਂਗੇ ਤੇ ਪ੍ਰਭੂ ਜੀ ਦਾ ਹੱਥ ਸਾਡੇ ਉੱਤੇ ਹੋਵੇਗਾ ਅਤੇ ਅਸੀਂ ਹਰ ਦੁੱਖ ਮੁਸੀਬਤ ਦੇ ਵਿੱਚੋਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਜਿੱਤ ਪਾਵਾਂਗੇ। ਸਾਨੂੰ ਪਤਾ ਹੈ, ਵਚਨ ਦੱਸਦਾ ਹੈ ਕਿ ਇੱਕ ਰਾਜੇ ਨੇ ਇੱਕ ਬਹੁਤ ਵੱਡੀ ਮੂਰਤੀ ਬਣਾਈ ਅਤੇ ਆਪਣੀ ਪ੍ਰਜਾ ਨੂੰ ਇਹ ਹੁਕਮ ਦਿੱਤਾ ਕਿ ਸਾਰੇ ਹੀ ਜਣੇ ਆ ਕੇ ਉਸ ਮੂਰਤੀ ਦੀ ਪੂਜਾ ਕਰਨ, ਉਸ ਅੱਗੇ ਆ ਕੇ ਮੱਥਾ ਟੇਕਣ। ਬਹੁਤ ਸਾਰੇ ਲੋਕਾਂ ਨੇ ਆਣ ਕੇ ਮੱਥਾ ਟੇਕਿਆ ਜਿਸ ਤਰ੍ਹਾਂ ਰਾਜੇ ਦਾ ਹੁਕਮ ਸੀ, ਰਾਜੇ ਦਾ ਕਹਿਣਾ ਮੰਨਿਆ ਅਤੇ ਵਚਨ ਦੱਸਦਾ ਹੈ ਕਿ 3 ਲੋਕ ਸਨ, ਅਬਦਲ, ਮੀਸਕ ਤੇ ਅਬਦਨਜੂਮ। ਉਹਨਾਂ ਨੇ ਮੂਰਤੀ ਦੇ ਅੱਗੇ ਮੱਥਾ ਨਹੀਂ ਟੇਕਿਆ ਕਿਉਂਕਿ ਉਹ ਸੱਚੇ ਤੇ ਜਿਉਂਦੇ ਜਾਗਦੇ ਪਰਮੇਸ਼ਵਰ ਦੀ ਪੂਜਾ ਕਰਦੇ ਸਨ ਅਤੇ ਹੁਕਮਾਂ ਦੇ ਅਨੁਸਾਰ ਉਹਨਾਂ ਦਾ ਸਰ ਸਿਰਫ ਸੱਚੇ ਜਿਉਂਦੇ ਪਰਮੇਸ਼ਵਰ ਹੀ ਦੇ ਅੱਗੇ ਝੁਕਦਾ ਸੀ, ਕਿਸੇ ਹੋਰ ਮੂਰਤੀ ਪੂਜਾ ਦੇ ਅੱਗੇ ਨਹੀਂ। ਅਤੇ ਜਦੋਂ ਦੂਸਰੇ ਲੋਕਾਂ ਨੇ ਦੇਖਿਆ ਕਿ ਅਬਦਲ, ਮੀਸਕ ਤੇ ਅਬਦਨਜੂ ਨੇ ਉਸ ਮੂਰਤੀ ਦੀ ਪੂਜਾ ਨਹੀਂ ਕੀਤੀ, ਉਸ ਮੂਰਤੀ ਦੇ ਅੱਗੇ ਮੱਥਾ ਨਹੀਂ ਟੇਕਿਆ ਅਤੇ ਰਾਜੇ ਦੇ ਹੁਕਮ ਦੀ ਅਣਆਗਿਆਕਾਰੀ ਕੀਤੀ ਹੈ, ਉਹਨਾਂ ਨੇ ਜਾ ਕੇ ਰਾਜੇ ਨੂੰ ਸ਼ਿਕਾਇਤ ਕੀਤੀ। ਰਾਜਾ ਗੁੱਸੇ ਵਿੱਚ ਆਇਆ ਅਤੇ ਰਾਜੇ ਨੇ ਅਬਦਲ, ਮੀਸਕ ਤੇ ਅਬਦਨਜੂ ਨੂੰ ਸੱਦਿਆ ਅਤੇ ਕਿਹਾ ਕਿ ਇਹ ਸੱਚ ਗੱਲ ਆ ਕਿ ਤੁਸੀਂ ਮੂਰਤੀ ਦੇ ਅੱਗੇ ਮੱਥਾ ਨਹੀਂ ਟੇਕਿਆ, ਤੁਸੀਂ ਮੇਰੇ ਹੁਕਮ ਦੀ ਅਣਗਹਿਲੀ ਕੀਤੀ ਹੈ। ਉਹਨਾਂ ਨੇ ਕਿਹਾ, ਰਾਜਾ ਜੀ ਤੁਸੀਂ ਠੀਕ ਕਹਿੰਦੇ ਹੋ, ਕਿਉਂਕਿ ਅਸੀਂ ਸੱਚੇ ਤੇ ਜਿਉਂਦੇ ਪਰਮੇਸ਼ਵਰ ਦੀ ਪੂਜਾ ਕਰਦੇ ਹਾਂ, ਸਾਡਾ ਸਿਰ ਕਿਸੇ ਹੋਰ ਦੇ ਅੱਗੇ ਨਹੀਂ ਝੁਕੇਗਾ। ਰਾਜੇ ਨੂੰ ਗੁੱਸਾ ਆਇਆ ਅਤੇ ਉਹਨਾਂ ਨੇ ਆਪਣੇ ਲੋਕਾਂ ਨੂੰ, ਸੇਵਕਾਰਾਂ ਨੂੰ ਕਿਹਾ ਕਿ ਇੱਕ ਜਲਦੀ ਪੱਠੀ ਤਿਆਰ ਕਰੋ ਅਤੇ ਰਾਜੇ ਨੇ ਹੁਕਮ ਕੀਤਾ ਕਿ ਇਹਨਾਂ ਤਿੰਨਾਂ ਨੇ, ਅਬਦਲ, ਮੀਸਕ ਤੇ ਅਬਦਨਜੂ ਨੇ ਮੇਰੇ ਹੁਕਮ ਦੀ ਪਾਲਣਾ ਨਹੀਂ ਕੀਤੀ ਅਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਇਹਨਾਂ ਤਿੰਨਾਂ ਨੂੰ ਜਲਦੀ ਪੱਠੀ ਦੇ ਵਿੱਚ ਸੁੱਟ ਦਿੱਤਾ ਜਾਵੇ। ਜਦੋਂ ਵਚਨ ਕਹਿੰਦਾ ਹੈ ਕਿ ਜਿਹੜੇ ਸੁੱਟਣ ਵਾਲੇ ਸੀ, ਪੱਠੀ ਦਾ ਸੇਕ ਜਿਹੜਾ ਇੰਨਾ ਤੇਜ਼ ਸੀ ਕਿ ਉਹੀ ਝੁਲਸ ਕੇ ਮਰ ਗਏ ਅਤੇ ਜਦੋਂ ਤਿੰਨੇ ਜਣੇ ਅਬਦਲ, ਮੀਸਕ ਤੇ ਅਬਦਨਜੂ ਨੂੰ ਪੱਠੀ ਦੇ ਵਿੱਚ ਸੁੱਟਿਆ ਗਿਆ ਤੇ ਰਾਜਾ ਹੈਰਾਨ ਸੀਗਾ। ਰਾਜਾ ਦੇਖਣਾ ਚਾਹੁੰਦਾ ਸੀ ਕਿ ਇਹਨਾਂ ਤਿੰਨਾਂ ਦਾ ਖੁਦਾ ਵੇਖਦੇ ਆ ਕਿ ਇਹਨਾਂ ਨੂੰ ਆਣ ਕੇ ਬਚਾਉਂਦਾ ਕਿ ਨਹੀਂ ਬਚਾਉਂਦਾ
ਅਤੇ ਰਾਜੇ ਨੇ ਜਦੋਂ ਆਣ ਕੇ ਪੱਠੀ ਦੇ ਦੁਆਲੇ ਦੇਖਿਆ ਅਤੇ ਪਵਿੱਤਰ ਵਚਨ ਕਹਿੰਦਾ ਹੈ ਕਿ ਅਬਦਲ ਮੀਸਕ ਤੇ ਅਬਦਲ ਨਜੂ ਤਿੰਨਾਂ ਦੀ ਬਜਾਏ ਉੱਥੇ 4 ਜਣੇ ਰਾਜੇ ਨੂੰ ਨਜ਼ਰ ਆਏ। ਰਾਜੇ ਨੇ ਦੇਖਿਆ ਕਿ ਇਹ 3 ਜਣੇ ਤਾਂ ਅਬਦਲ ਮੀਸਕ ਤੇ ਅਬਦਲ ਨਜੂ ਪੱਠੀ ਵਿੱਚ ਸੁੱਟੇ ਗਏ ਸਨ। ਇਹ ਚੌਥਾ ਕੌਣ ਸੀ? ਚੌਥਾ ਸਾਡਾ ਜਿਉਂਦਾ ਤੇ ਜਾਗਦਾ ਪਰਮੇਸ਼ਵਰ ਸੀ, ਜਿਹੜੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਨੇ। ਪਰਮਾਤਮਾ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਅੰਗ ਸੰਗ ਤੇ ਸਹਾਇਕ ਹੁੰਦਾ ਹੈ। ਵਚਨ ਕਹਿੰਦਾ ਹੈ ਕਿ ਉੱਥੇ ਤਿੰਨਾਂ ਦੀ ਬਜਾਏ 4 ਜਣੇ ਸਨ। ਰਾਜੇ ਨੇ ਦੇਖਿਆ ਕਿ ਜਿਉਂਦੇ ਨੇ 4 ਜਣੇ ਪੱਠੀ ਦੇ ਵਿੱਚ, ਤੇ ਰਾਜੇ ਨੇ ਹੁਕਮ ਦਿੱਤਾ ਕਿ ਉਹਨਾਂ ਤਿੰਨਾਂ ਨੂੰ ਪੱਠੀ ਦੇ ਵਿੱਚੋਂ ਕੱਢ ਦਿਓ। ਸੇਵਕਾਂ ਨੇ, ਰਾਜੇ ਦੇ ਪਰਜਾ ਨੇ ਉਹਨਾਂ ਨੂੰ ਪੱਠੀ ਦੇ ਵਿੱਚੋਂ ਕੱਢ ਦਿੱਤਾ, ਯਾਨੀ ਕਿ ਸਦਰਕ ਮੀਸਕ ਤੇ ਅਬਦਾ ਨਜੂ ਨੂੰ। ਵਚਨ ਕਹਿੰਦਾ ਹੈ ਕਿ ਉਹਨਾਂ ਦਾ ਵਾਲ ਤੱਕ ਝੁਲਸਿਆ ਨਹੀਂ, ਕੱਪੜਿਆਂ ਦੇ ਵਿੱਚੋਂ ਜਲਨ ਦੀ ਕੋਈ ਬਦਬੂ ਨਹੀਂ ਸੀ ਆਉਂਦੀ, ਕਿਉਂਕਿ ਉਹ ਰੱਬ ਦੇ ਸੱਚੇ ਸੇਵਕ ਸਨ। ਅਤੇ ਜਿਹੜੇ ਉਹਨਾਂ ਨੂੰ ਪੱਠੀ ਵਿੱਚ ਸੁੱਟਣ ਆਏ ਸਨ ਉਹ ਜਲ ਕੇ ਮਰ ਗਏ। ਲੇਕਿਨ ਸਾਡਾ ਪਰਮਾਤਮਾ ਉਹਨਾਂ ਦੇ ਅੰਗ ਸੰਗ ਸੀ। ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਜੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖਦੇ ਹਾਂ, ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ, ਹਰ ਵੇਲੇ ਉਹਨਾਂ ਦੀ ਆਗਿਆਕਾਰੀ ਦੇ ਵਿੱਚ ਚੱਲਦੇ ਹਾਂ, ਉਹਨਾਂ ਦੀ ਮਰਜ਼ੀ ਸਾਡੀ ਜ਼ਿੰਦਗੀ ਤੋਂ ਪੂਰੀ ਹੁੰਦੀ ਹੈ ਅਤੇ ਉਹ ਵੀ ਸਾਡੇ ਦੁੱਖ ਤੇ ਤਕਲੀਫ ਦੇ ਵਿੱਚ ਹਰ ਵੇਲੇ ਸਾਡੇ ਅੰਗ ਸੰਗ ਤੇ ਨਾਲ ਹੋਵਣਗੇ। ਜਦੋਂ ਰਾਜੇ ਨੇ ਕਿਹਾ ਤੇ ਰਾਜੇ ਨੇ ਸਾਰਾ ਦ੍ਰਿਸ਼ ਦੇਖਿਆ ਕਿ ਅਬਦਲ ਮੀਸਕ ਤੇ ਅਬਦਲ ਨਜੂ ਜਿਹੜੇ ਨੇ ਉਹਨਾਂ ਦਾ ਤੇ ਵਾਲ ਤੱਕ ਵੀ ਨਹੀਂ ਝੁਲਸਿਆ, ਅਤੇ ਰਾਜੇ ਨੇ ਹੁਕਮ ਦਿੱਤਾ ਕਿ ਇਹਨਾਂ ਦਾ ਪਰਮੇਸ਼ਵਰ ਜਿਉਂਦਾ ਤੇ ਜਾਗਦਾ ਪਰਮੇਸ਼ਵਰ ਹੈ। ਅਤੇ ਰਾਜੇ ਨੇ ਕਿਹਾ ਇਹਨਾਂ ਨੂੰ ਆਗਿਆ ਦਿੱਤੀ ਜਾਵੇ ਆਪਣੇ ਪਰਮਾਤਮਾ ਦੀ ਤਪੱਸਿਆ ਕਰਨ ਦੇ ਲਈ। ਜਦੋਂ ਅਸੀਂ ਰੱਬ ਦੇ ਨਾਲ ਵਫਾਦਾਰੀ ਦੇ ਨਾਲ ਚੱਲਦੇ ਹਾਂ, ਸਾਨੂੰ ਜਿੱਤ ਮਿਲਦੀ ਹੈ। ਜਿਸ ਤਰ੍ਹਾਂ ਅਬਦਲ ਮੀਸਕ ਤੇ ਅਬਦਾ ਨਜੂ ਨੂੰ ਪਰਮਾਤਮਾ ਦੇ ਨਾਮ ਵਿੱਚ ਜਿੱਤ ਮਿਲੀ, ਇਸੇ ਹੀ ਤਰੀਕੇ ਦੇ ਨਾਲ ਸਾਨੂੰ ਪਤਾ ਹੈ ਕਿ ਡੈਨੀਅਲ ਨਬੀ ਉਹ ਰੱਬ ਦਾ ਖੌਫ ਖਾਣ ਵਾਲਾ ਸੀ, ਉਹ ਰੱਬ ਦੇ ਹੁਕਮਾਂ ਦੀ ਪਾਲਣਾ ਕਰਦਾ ਸੀ, ਤੇ ਭੁੱਖੇ ਸ਼ੇਰਾਂ ਨੇ ਉਹਨਾਂ ਨੂੰ ਮੂੰਹ ਤੱਕ ਵੀ ਨਹੀਂ ਲਾਇਆ। ਪ੍ਰਭੂ ਜੀ ਦੇ ਨਾਮ ਨੂੰ ਮਹਿਮਾ ਮਿਲੇ। ਜਦੋਂ ਪੌਲੁਸ ਰਸੂਲ ਜਿਹੜਾ ਆ ਉਹ ਪਰਮਾਤਮਾ ਦਾ ਕਹਿਣਾ ਮੰਨਦਾ ਸੀ, ਅਤੇ ਪੌਲੁਸ ਰਸੂਲ ਉਤੇ ਬਹੁਤ ਸਾਰੀਆਂ ਦੁੱਖ ਤੇ ਤਕਲੀਫਾਂ ਆਈਆਂ। ਕਿੰਨੇ ਵਾਰੀ ਪੌਲੁਸ ਰਸੂਲ ਨੂੰ ਮਾਰਨਾ ਚਾਹਿਆ, ਕਿਉਂਕਿ ਉਹ ਸੱਚੇ ਜਿਉਂਦੇ ਪਰਮੇਸ਼ਵਰ ਦੀ ਪ੍ਰਸ਼ੰਸਾ ਕਰਦਾ ਸੀ, ਪ੍ਰਾਰਥਨਾ ਕਰਦਾ ਸੀ। ਲੇਕਿਨ ਪੌਲੁਸ ਰਸੂਲ ਨੂੰ ਰੱਬ ਉਤੇ ਪੂਰਾ ਭਰੋਸਾ ਸੀ, ਔਰ ਰੱਬ ਦੇ ਵਚਨਾਂ ਦੀ ਇੱਜ਼ਤ ਕਰਦਾ ਸੀ। ਅਤੇ ਕਿਹਾ ਗਿਆ ਕਿ ਬਹੁਤ ਸਾਰੇ ਵਾਰੀ ਲੋਕੀ ਉਹਨੂੰ ਮਰਿਆ ਹੋਇਆ ਸਮਝ ਕੇ ਤੇ ਛੱਡ ਜਾਂਦੇ ਸਨ। ਉਹਦੇ ਤੇ ਪੱਥਰ ਮਾਰੇ ਗਏ ਅਤੇ ਉਹਨੂੰ ਦੁੱਖ ਕੀਤਾ ਗਿਆ, ਮਾਰਿਆ ਗਿਆ, ਕੁੱਟਿਆ ਗਿਆ, ਕਿਉਂਕਿ ਉਹ ਪ੍ਰਭੂ ਯਿਸੂ ਮਸੀਹ ਜੀ ਦੇ ਵਚਨਾਂ ਦੀ ਜਿਹੜੀ ਸੀ ਸਭ ਤੋਂ ਪਹਿਲਾਂ ਆਗਿਆਕਾਰੀ ਕਰਦਾ ਸੀ, ਤੇ ਦੂਜੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਵਚਨਾਂ ਦੇ ਬਾਰੇ ਦੱਸਦਾ ਸੀਗਾ। ਅਤੇ ਇੱਕ ਵਾਰੀ ਜਿਹੜਾ ਸੀਗਾ ਪੌਲੁਸ ਰਸੂਲ ਨੂੰ ਵਚਨ ਦੱਸਦਾ ਕਿ ਕਿੰਨੀ ਵਾਰੀ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਇੱਕ ਵਾਰੀ ਬਹੁਤ ਸਾਰੀਆਂ ਸਜ਼ਾਵਾਂ ਦੇ ਕੇ ਉਹ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ, ਅਤੇ ਪਵਿੱਤਰ ਵਚਨ ਦੱਸਦਾ ਕਿ ਬਹੁਤ ਮੋਟੇ-ਮੋਟੇ ਜਿਹੜੇ ਨੇ ਸੰਗਲ ਸੀ ਜਿਨ੍ਹਾਂ ਦੇ ਵਿੱਚ ਪੌਲੁਸ ਰਸੂਲ ਨੂੰ ਬੰਨ੍ਹ ਦਿੱਤਾ, ਅਤੇ ਜਿਹੜੀ ਜੇਲ੍ਹ ਸੀ ਉਹਦੇ ਵਿੱਚ ਵੱਡੀਆਂ-ਵੱਡੀਆਂ ਪਾਰੀਆਂ ਲੋਹੇ ਦੀਆਂ ਸੀਕਾਂ ਸਨ, ਅਤੇ ਬੜੇ-ਬੜੇ ਵੱਡੇ ਲੋਹੇ ਦੇ ਫਾਟਕ ਸਨ। ਕਿਸੇ ਨੂੰ ਵੀ ਕੋਈ ਆਸ ਨਹੀਂ ਸੀਗੀ ਕਿ ਪੌਲੁਸ ਰਸੂਲ ਉਸ ਜੇਲ੍ਹ ਦੇ ਵਿੱਚੋਂ ਰਿਹਾ ਹੋ ਜਾਵੇ। ਲੇਕਿਨ ਪੌਲੁਸ ਰਸੂਲ ਸੱਚੇ ਤੇ ਜਿਉਂਦੇ ਪਰਮੇਸ਼ਵਰ ਦੀ ਪ੍ਰਸ਼ੰਸਾ ਕਰਦਾ ਸੀ, ਉਹਨਾਂ ਦੀ ਉਪਾਸਨਾ ਕਰਦਾ ਸੀ, ਉਹਨਾਂ ਦੇ ਹੁਕਮਾਂ ਨੂੰ ਮੰਨਦਾ ਸੀ। ਮੇਰੇ ਭੈਣੋ ਤੇ ਭਰਾਓ, ਜਦੋਂ ਅਸੀਂ ਪ੍ਰਮਾਤਮਾ ਦੇ ਵਿੱਚ ਵਫਾਦਾਰੀ ਦੇ ਨਾਲ ਚੱਲਦੇ ਹਾਂ, ਅਤੇ ਜਿੱਦਾਂ ਅਬਦਲ ਮੀਸਕ ਤੇ ਅਬਦਲ ਨਜੂ ਨੂੰ ਜਲਦੀ ਭੱਠੀ ਚੋਂ ਰੱਬ ਨੇ ਬਚਾਇਆ, ਜਿਸ ਤਰ੍ਹਾਂ ਡੈਨੀਅਲ ਨਬੀ ਨੂੰ ਭੁੱਖੇ ਸ਼ੇਰਾਂ ਦੇ ਮੂੰਹ ਵਿੱਚੋਂ ਰੱਬ ਨੇ ਬਚਾਇਆ,
ਪੌਲੁਸ ਰਸੂਲ ਨੂੰ ਐਡੇ ਵੱਡੇ ਮੋਟੇ ਸੰਗਲ ਸਨ, ਕੋਈ ਆਸ ਨਹੀਂ ਕੀ ਸੀਗੀ ਕਿ ਉਹ ਸੰਗਲ ਖੁੱਲ ਜਾਣਗੇ, ਉਹ ਜੇਲ੍ਹ ਦੇ ਦਰਵਾਜ਼ੇ ਟੁੱਟ ਜਾਵਣਗੇ, ਉਹ ਜਿਹੜੇ ਆਪਣਾ ਦਰਵਾਜ਼ੇ ਨੇ ਲੋਹੇ ਦੇ ਉਹ ਟੁੱਟ ਜਾਣਗੇ। ਲੇਕਿਨ ਬਹੁਤ ਵੱਡਾ ਤੂਫਾਨ ਆਇਆ। ਜੋ ਚੀਜ਼ ਇਨਸਾਨਾਂ ਦੇ ਲਈ ਅਸੰਭਵ ਹੈ ਉਹ ਪ੍ਰਮਾਤਮਾ ਦੇ ਲਈ ਕੋਈ ਵੀ ਮੁਸ਼ਕਲ ਨਹੀਂ ਹੈ। ਮੇਰੇ ਭੈਣੋ ਤੇ ਭਰਾਓ, ਸਾਨੂੰ ਵਚਨ ਚੋਂ ਅਸੀਂ ਸਿੱਖਿਆ ਹੈ ਕਿ ਜਦੋਂ ਅਸੀਂ ਰੱਬ ਦੇ ਲਫ਼ਜ਼ਾਂ ਦੀ ਆਗਿਆਕਾਰੀ ਕਰਦੇ ਹਾਂ, ਉਹਨਾਂ ਦਾ ਹੱਥ ਸਾਡੇ ਨਾਲ ਆ, ਉਹ ਸਾਨੂੰ ਦੁੱਖ ਤਕਲੀਫਾਂ ਚੋਂ ਬਚਾਉਂਦੇ ਨੇ ਅਤੇ ਉਹਨਾਂ ਦੇ ਨਾਮ ਦੇ ਵਿੱਚ ਸਾਨੂੰ ਜਿੱਤ ਮਿਲਦੀ ਹੈ। ਜਿਸ ਤਰ੍ਹਾਂ ਅਬਦਲ ਮੀਸਕ ਤੇ ਅਬਦਲ ਨਜ਼ੂ ਨੂੰ ਜਿੱਤ ਮਿਲੀ, ਡੈਨੀਅਲ ਨਬੀ ਨੂੰ ਜਿੱਤ ਮਿਲੀ, ਪੌਲੁਸ ਰਸੂਲ ਨੂੰ ਜੇਲ੍ਹ ਵਿੱਚੋਂ ਰਿਹਾਈ ਮਿਲੀ। ਇਸੇ ਹੀ ਤਰੀਕੇ ਦੇ ਨਾਲ ਜਦੋਂ ਸਾਨੂੰ ਪਤਾ ਹੈ ਕਿ ਮੂਸਾ ਜਿਹੜਾ ਸੀ ਉਹ ਰੱਬ ਵੱਲੋਂ ਚੁਣਿਆ ਗਿਆ ਸੀ ਕਿ ਉਹ ਇਸਰਾਇਲ ਦੇ ਲੋਕਾਂ ਨੂੰ ਰਿਹਾ ਕਰਕੇ ਲੈ ਕੇ ਆਵੇ, ਅਤੇ ਸਾਨੂੰ ਪਤਾ ਹੈ ਕਿ ਰੱਬ ਨੇ ਚੁਣਿਆ ਸੀ ਅਤੇ ਰੱਬ ਦਾ ਹੱਥ ਉਹਦੇ ਨਾਲ ਸੀਗਾ। ਤੇ ਜਦੋਂ ਉਹ ਆਪ ਲੋਕਾਂ ਨੂੰ ਲੈ ਕੇ ਮਿਸਰ ਦੀ ਗੁਲਾਮੀ ਚੋਂ ਲੈ ਕੇ ਜਾ ਰਿਹਾ ਸੀ ਅਤੇ ਰਾਹ ਦੇ ਵਿੱਚ ਲਾਲ ਸਮੁੰਦਰ ਆ ਗਿਆ ਅਤੇ ਜਿਹੜੇ ਸੀਗੇ ਪਬਲਿਕ ਸੀ, ਸਾਰੇ ਲੋਕ ਸੀਗੇ, ਉਹ ਲਾਲ ਸਮੁੰਦਰ ਨੂੰ ਦੇਖਦੇ ਨੇ ਤੇ ਉਹਨਾਂ ਨੂੰ ਮੌਤ ਨਜ਼ਰ ਆਉਂਦੀ ਆ। ਜਦੋਂ ਉਹ ਕਹਿੰਦੇ ਕਿ ਉੱਥੋਂ ਦੇ ਬਚ ਕੇ ਆ ਗਏ, ਹੁਣ ਅੱਗੇ ਲਾਲ ਸਮੁੰਦਰ ਹੈ, ਹੁਣ ਕਿੱਧਰ ਜਾਵਾਂਗੇ। ਲੇਕਿਨ ਪਰਮਾਤਮਾ ਦਾ ਹੱਥ ਮੂਸਾ ਦੇ ਨਾਲ ਸੀ ਅਤੇ ਉਹਨਾਂ ਨੇ ਪਰਮਾਤਮਾ ਦੇ ਨਾਮ ਵਿੱਚ ਆਪਣੀ ਜਿਹੜੀ ਸੋਟੀ ਸੀ ਲਾਲ ਸਮੁੰਦਰ ਦੇ ਵਿੱਚ ਮਾਰੀ ਅਤੇ ਵਚਨ ਕਹਿੰਦਾ ਹੈ ਕਿ ਉਹ ਲਾਲ ਸਮੁੰਦਰ ਦੋ ਟੋਟਿਆਂ ਦੇ ਵਿੱਚ ਵੰਡਿਆ ਗਿਆ ਅਤੇ ਪਵਿੱਤਰ ਵਚਨ ਕਹਿੰਦਾ ਹੈ ਕਿ ਸਾਰੇ ਹੀ ਲੋਕੀ ਸੁੱਕੇ ਪੈਰੀ ਜਿਹੜੇ ਸੀਗੇ ਉਹ ਸਮੁੰਦਰ ਪਾਰ ਕਰ ਗਏ। ਇਹ ਸਾਰਾ ਕੁਝ ਕਿਉਂ ਹੋਇਆ? ਕਿਉਂਕਿ ਉਹ ਰੱਬ ਦਾ ਖੌਫ ਖਾਂਦੇ ਸੀ, ਰੱਬ ਦੇ ਨਾਮ ਦੀ ਇੱਜ਼ਤ ਕਰਦੇ ਸੀ ਅਤੇ ਰੱਬ ਦੇ ਹੁਕਮਾਂ ਦੀ ਪਾਲਣਾ ਕਰਦੇ ਸੀ। ਤਾਂ ਫਿਰ ਰੱਬ ਦਾ ਹੱਥ ਉਹਨਾਂ ਦੇ ਨਾਲ ਸੀ। ਜਦੋਂ ਉਹ ਸਮੁੰਦਰ ਪਾਰ ਕਰ ਗਏ, ਰੱਬ ਨੇ ਸਹੀ ਸਲਾਮਤ ਉਹਨਾਂ ਨੂੰ ਸਮੁੰਦਰ ਪਾਰ ਕਰਾਇਆ ਅਤੇ ਜਦੋਂ ਉਹ ਸਮੁੰਦਰ ਪਾਰ ਕੀਤਾ, ਉਹਨਾਂ ਦੇ ਵਿੱਚ ਫੁੱਟ ਪੈਣੀ ਸ਼ੁਰੂ ਕਰ ਗਈ। ਉਹ ਜਾੜ ਬਿਆਬਾਨ ਦੇ ਵਿੱਚ ਸਨ ਅਤੇ ਪਰਮਾਤਮਾ ਦਾ ਵਚਨ ਕਹਿੰਦਾ ਹੈ ਕਿ ਆਕਾਸ਼ ਤੋਂ ਉਹਨਾਂ ਨੂੰ ਮੰਨਾ ਮਿਲਦਾ ਸੀ। ਜਿਸ ਤਰੀਕੇ ਨਾਲ ਬਾਰਿਸ਼ ਹੁੰਦੀ ਹੈ, ਇਸੇ ਹੀ ਤਰੀਕੇ ਦੇ ਨਾਲ ਆਕਾਸ਼ ਤੋਂ ਉਹਨਾਂ ਨੂੰ ਮੰਨਾ ਮਿਲਦਾ ਸੀ। ਲੇਕਿਨ ਫੁੱਟ ਦੇ ਕਾਰਨ ਉਹ ਇੱਕ ਦੂਜੇ ਨਾਲ ਲੜਾਈ ਝਗੜੇ ਵਿੱਚ ਪੈ ਗਏ ਅਤੇ ਉਹ ਇੱਕ ਦੂਜੇ ਦਾ ਕਹਿਣਾ ਨਹੀਂ ਮੰਨਦੇ ਸਨ ਅਤੇ ਕੁਝ ਲੋਕਾਂ ਨੇ ਉਹਨਾਂ ਦੇ ਵਿੱਚੋਂ ਰਲ ਕੇ ਸੋਨਾ ਵਗੈਰਾ ਇਕੱਠਾ ਕਰਕੇ ਇੱਕ ਮੂਰਤੀ, ਇੱਕ ਬਲਦ ਦੀ ਮੂਰਤੀ ਬਣਾਈ ਅਤੇ ਪਰਮਾਤਮਾ ਜਿਉਂਦੇ ਤੇ ਜਾਗਦੇ ਪਰਮੇਸ਼ਵਰ ਦੀ ਪੂਜਾ ਕਰਨ ਦੀ ਬਜਾਏ ਉਹਨਾਂ ਨੇ ਉਸ ਬਲਦ ਦੀ ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਪਰਮਾਤਮਾ ਦਾ ਹੱਥ ਉਹਨਾਂ ਦੇ ਵੱਲੋਂ ਜਾਂਦਾ ਰਿਹਾ। ਅਤੇ ਵਚਨ ਕਹਿੰਦਾ ਹੈ ਕਿ ਜੋ ਪ੍ਰਮਾਤਮਾ ਨੇ ਮੂਸਾ ਨੂੰ ਜਿਸ ਮੁਲਕ ਦਾ ਵਾਅਦਾ ਕੀਤਾ ਸੀ, ਕਿਉਂਕਿ ਮੂਸਾ ਦੇ ਲੋਕਾਂ ਨੇ ਪਰਮਾਤਮਾ ਦੇ ਹੁਕਮ ਦੀ ਅਣਗਹਿਲੀ ਕੀਤੀ, ਕਹਿਣਾ ਨਹੀਂ ਮੰਨਿਆ ਅਤੇ ਉਹ ਆਪਣੇ ਵਾਅਦੇ ਮੁਤਾਬਕ ਉਸ ਸ਼ਹਿਰ ਵਿੱਚ ਨਹੀਂ ਪਹੁੰਚ ਸਕੇ। ਮੇਰੇ ਭੈਣੋ ਤੇ ਭਰਾਓ, ਅੱਜ ਦੇ ਵਚਨ ਦੇ ਵਿੱਚ ਅਸੀਂ ਸਿੱਖਦੇ ਹਾਂ, ਰੱਬ ਦਾ ਕਹਿਣਾ ਮੰਨਾਂਗੇ ਅਬਦਲ ਮੀਸਕ ਤੇ ਅਬਦਲ ਨਜ਼ੂ ਦੀ ਜ਼ਿੰਦਗੀ ਤੋਂ, ਪੌਲੁਸ ਰਸੂਲ ਦੀ ਜ਼ਿੰਦਗੀ ਤੋਂ, ਡੈਨੀਅਲ ਨਬੀ ਦੀ ਜ਼ਿੰਦਗੀ ਤੋਂ ਕਿ ਪ੍ਰਮਾਤਮਾ ਦੇ ਨਾਲ ਅਸੀਂ ਵਫਾਦਾਰੀ ਤੇ ਰਵਾਂਗੇ ਨਾਲ ਤੇ ਉਹਨਾਂ ਦਾ ਹੱਥ ਸਾਡੇ ਨਾਲ ਹੋਏਗਾ ਅਤੇ ਉਹਨਾਂ ਦਾ ਹੱਥ ਜਦੋਂ ਨਾਲ ਹੋਏਗਾ ਸਾਡੀ ਹਿਫਾਜ਼ਤ ਹੋਵੇਗੀ। ਲੇਕਿਨ ਅਗਰ ਅਸੀਂ ਬੇਵਫਾ ਹੁੰਦੇ ਹਾਂ ਰੱਬ ਦੇ ਨਾਲ, ਜਿਸ ਤਰੀਕੇ ਦੇ ਨਾਲ ਮੂਸਾ ਨੂੰ ਰੱਬ ਨੇ ਜੋ ਵਾਅਦਾ ਕੀਤਾ ਸੀ ਉਹ ਉਸ ਚੁਣੀ ਹੋਈ ਧਰਤੀ ਦੇ ਉੱਤੇ ਨਹੀਂ ਪਹੁੰਚ ਸਕਿਆ। ਭੈਣੋ ਤੇ ਭਰਾਓ, ਮੈਂ ਅੱਜ ਬੇਨਤੀ ਕਰਦਾ ਹਾਂ, ਆਪਣਾ ਹੱਥ ਚੁੱਕੋ ਜਿਉਂਦੇ ਜਾਗਦੇ ਪਰਮੇਸ਼ਵਰ ਦੇ ਵੱਲ, ਜਿਨ੍ਹਾਂ ਵੱਲ ਅਬਦਲ ਮੀਸਕ ਤੇ ਅਬਦਲ ਨਜ਼ੂ ਨੇ ਹੱਥ ਚੁੱਕਿਆ ਅਤੇ ਪ੍ਰਭੂ ਨੇ ਉਹਨਾਂ ਨੂੰ ਜਲਦੀ ਭੱਠੀ ਦੇ ਵਿੱਚੋਂ ਬਚਾਇਆ।
ਉਹ ਸਾਨੂੰ ਸਾਡੇ ਦੁੱਖਾਂ ਤੇ ਤਕਲੀਫਾਂ ਵਿੱਚੋਂ ਬਚਾਉਣਾ ਚਾਹੁੰਦੇ ਨੇ ਅਤੇ ਪ੍ਰਭੂ ਜੀ ਚਾਹੁੰਦੇ ਨੇ ਕਿ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਰਹੀਏ। ਉਹ ਸਾਨੂੰ ਸਿਹਤ ਦੇਣ ਤੇ ਤੰਦਰੁਸਤੀ ਦੇਣ। ਮੇਰੇ ਭੈਣੋ ਤੇ ਭਰਾਓ, ਮੇਰੀ ਬੇਨਤੀ ਹੈ, ਜਦੋਂ ਅਸੀਂ ਵਫਾਦਾਰੀ ਦੇ ਨਾਲ ਪ੍ਰਭੂ ਜੀ ਦੇ ਵਿੱਚ ਚੱਲਾਂਗੇ, ਸਾਡੀ ਤਰੱਕੀ ਹੋਵੇਗੀ, ਉੱਨਤੀ ਹੋਵੇਗੀ, ਭੂਤ ਪ੍ਰੇਤ ਸਾਡੇ ਲਾਗੇ ਨਹੀਂ ਆਉਣਗੇ। ਇਹਨਾਂ ਵਚਨਾਂ ਦੇ ਨਾਲ ਮੇਰੀ ਬੇਨਤੀ ਹੈ, ਜਿਨ੍ਹਾਂ ਮੇਰੇ ਭੈਣ ਭਰਾਵਾਂ ਨੇ ਅੱਜ ਦਾ ਇਹ ਵਚਨ ਸੁਣਿਆ ਹੈ, ਪ੍ਰਭੂ ਜੀ ਦੇ ਨਾਲ, ਆਗਿਆਕਾਰੀ ਦੇ ਨਾਲ ਉਹਨਾਂ ਦਾ ਖੌਫ ਖਾਣ, ਕਿਉਂਕਿ ਜਿਹੜੇ 10 ਹੁਕਮ ਨੇ ਸਾਨੂੰ ਸਿਖਾਉਂਦੇ ਨੇ ਕਿ ਅਸੀਂ ਮੂਰਤੀ ਪੂਜਾ ਨਾ ਕਰੀਏ ਅਤੇ ਰੱਬ ਦਾ ਨਾਮ ਬੇਵਫਾ ਨਾ ਲਈਏ। ਜਿਹੜੇ ਲੋਕ ਰੱਬ ਦੇ ਹੁਕਮਾਂ ਦੀ ਆਗਿਆਕਾਰੀ ਕਰਦੇ ਨੇ, ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਜਿੱਤ ਮਿਲਦੀ ਹੈ। ਪ੍ਰਭੂ ਜੀ ਸਾਨੂੰ ਵੀ ਜਿੱਤ ਦੇਣਾ ਚਾਹੁੰਦੇ ਨੇ। ਪ੍ਰਭੂ ਜੀ ਤੁਹਾਨੂੰ ਹੋਰ ਆਸ਼ੀਸ਼ ਦੇਣ ਤੇ ਬਰਕਤ ਦੇਣ। ਅੱਜ ਦੇ ਪਾਕ ਕਲਾਮ ਦੇ ਲਈ ਤੁਹਾਨੂੰ ਸਾਰਿਆਂ ਨੂੰ ਪ੍ਰਭੂ ਜੀ ਦੇ ਨਾਮ ਵਿੱਚ ਆਸ਼ੀਸ਼ ਮਿਲੇ। ਆਮੀਨ।